हाँ जी, good afternoon everybody. So now we are going to start task 1 of academic IELTS and ਜਿਹੜਾ ਅੱਜ ਵਾਲਾ ਆਪਣਾ task 1 ਹੈ, now we are going to focus on line graph. ਥੋੜੀ ਦੇਰ ਪਹਿਲਾਂ ਆਪਾਂ ਵੀਡੀਓ ਆਪਣੇ ਚੈਨਲ ਤੇ ਪਾਈ ਸੀਗੀ ਇਹ ਕਹਿ ਕੇ ਕਿ ਆ ਬਿਗਨਰਸ ਦੇ ਲਈ ਵੀ ਹੈ ਤੇ ਜਿਹੜੇ ਲੋਕ ਬੜੇ ਮਾਹਰ ਨੇ task 1 ਦੇ ਵਿੱਚ ਉਹਨਾਂ ਲਈ ਵੀ ਹੈ, ਪਰ ਉਹਨਾਂ ਨੂੰ ਆ ਪਤਾ ਲੱਗੇ ਕਿ ਉਹਨਾਂ ਦੇ ਬੈਂਡ ਡਿਡਕਸ਼ਨ ਹੁੰਦੀ ਕਿਹੜੀ ਸਾਈਡ ਤੇ ਪਈ ਹੈ। ਮੈਂ ਆਪਣੇ ਪੁਰਾਣੇ task 1 ਦੇ ਵਿੱਚ ਜਿਹੜਾ ਮੈਂ ਪਾਈ ਚਾਰਟ ਪਾਇਆ, ਮੈਪ ਪਾਇਆ, ਉਹਦੇ ਵਿੱਚ ਤੁਹਾਨੂੰ ਦੱਸਿਆ ਕਿ what type of synonym words we can use for increase and decrease। ਸਾਰਾ ਦਾ ਸਾਰਾ task 1 ਕਿੰਦੇ ਉੱਪਰ ਸਟੈਂਡ ਕਰਦਾ ਪਿਆ, ਇਨਕਰੀਜ਼ ਤੇ ਡਿਕਰੀਜ਼ ਦੇ ਉੱਪਰ। ਜੇ ਆਪਾਂ ਨੂੰ ਇਹਦੇ ਬਾਰੇ ਹੀ ਨਹੀਂ ਕੁਝ ਪਤਾ ਆਪਾਂ ਨੂੰ ਬੈਂਡ ਨਹੀਂ ਆਣਗੇ ਕਦੀ। ਬੱਚਾ ਬਸ ਇਨਕਰੀਜ਼ ਲਿਖੀ ਜਾ ਰਿਹਾ, ਬੱਚਾ ਡਿਕਰੀਜ਼ ਲਿਖੀ ਜਾ ਰਿਹਾ, ਬੱਚੇ ਨੂੰ ਪ੍ਰੋਪਰ ਪਤਾ ਨਹੀਂ ਕਿ what is the structure of task 1। ਓਕੇ, ਸਭ ਤੋਂ ਪਹਿਲੇ ਆਪਾਂ task 1 ਦੀ ਇੰਟਰੋਡਕਸ਼ਨ ਲਿਖਣੀ ਹੁੰਦੀ ਆ। the meaning of introduction is rephrasing of given statement in your own language followed by overall। overall ਦਾ ਮਤਲਬ ਇੱਕ ਚੀਜ਼ ਜ਼ਿਆਦਾ ਵਾਲੀ, ਇੱਕ ਚੀਜ਼ ਘੱਟ ਵਾਲੀ, ਮਤਲਬ ਐਕਸਟਰਾ ਆਰਡੀਨਰੀ ਚੀਜ਼ ਜਿਹੜੀ ਆਪਾਂ ਨੂੰ ਦਿਖ ਰਹੀ ਹੁੰਦੀ ਆ ਉਹ ਆਪਣਾ ਕੀ ਹੁੰਦਾ ਹੈ, overall। ਅਗੇਨ ਫੋਲੋਡ ਬਾਈ ਪੈਰਾਗ੍ਰਾਫ, ਮੇਜਰ ਪੈਰਾਗ੍ਰਾਫ। ਉਹ ਤੁਹਾਡਾ ਜਿਹੜਾ ਮੇਜਰ ਪੈਰਾਗ੍ਰਾਫ ਹੈ ਉਹ ਇੱਕ ਵੀ ਹੋ ਸਕਦਾ ਹੈ, ਪਰ ਮੈਂ ਨਾ ਤਾਂ ਅੱਜ ਤੱਕ ਇਸ ਤੋਂ ਸਿੰਗਲ ਪੈਰਾਗ੍ਰਾਫ ਬਣਵਾਇਆ ਨਾ ਬਣਵਾਵਾਂਗਾ। ਘੱਟੋ ਘੱਟ 2 ਤੋਂ 3 ਪੈਰਾਗ੍ਰਾਫ ਬਣਾਉਣੇ ਜ਼ਰੂਰੀ ਨੇ ਕਿ ਚੈੱਕ ਕਰਨ ਵਾਲਿਆਂ ਨੂੰ ਵੀ ਵਧੀਆ ਲੱਗੇ, ਥੋੜੀ ਸਫਾਈ ਲੱਗੇ। ਕਈ ਬੱਚਿਆਂ ਨੇ ਸਫਾਈ ਨਹੀਂ ਰੱਖੀ ਹੁੰਦੀ, ਪਤਾ ਨਹੀਂ ਕੀ ਕਰਕੇ ਆਉਂਦੇ ਆ, ਫਿਰ ਕਹਿੰਦੇ ਬੈਂਡ ਨਹੀਂ ਆਉਂਦੇ, ਆਇਲਸ ਵਾਲਿਆਂ ਨੇ ਪਤਾ ਨਹੀਂ ਕਿੱਦਾਂ ਚੈੱਕ ਕਰਤਾ। ਇਦਾਂ ਨਹੀਂ ਹੁੰਦਾ ਸਟੂਡੈਂਟਸ, ਠੀਕ ਹੈ। ਸੋ ਮੈਂ ਤੁਹਾਨੂੰ ਆਹੀ ਗੱਲ ਕਹਿਣਾ ਕਿ ਪ੍ਰੋਪਰ ਤਰੀਕੇ ਨਾਲ ਤੁਹਾਡਾ ਟਾਸਕ 1 ਹੋਣਾ ਚਾਹੀਦਾ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਪਾਂ ਲੈਗਿੰਗ ਨਹੀਂ ਕਰਨੀ, ਟੂ ਦਾ ਪੁਆਇੰਟ ਆਨਸਰ ਦੇਣਾ। ਮਿਨੀਮਮ ਵਰਡਸ 150 to 200 ਲੈ ਕੇ ਆਪਾਂ ਜਾ ਸਕਦੇ ਹਾਂ ਮੈਕਸਿਮਮ, ਕਿਉਂਕਿ ਕੋਈ ਵੀ ਆਇਲਸ ਵੱਲੋਂ ਮੈਕਸਿਮਮ ਲਿਮਿਟ ਨਹੀਂ ਹੈਗੀ। ਆਇਲਸ ਵੱਲੋਂ ਇਸ ਚੀਜ਼ ਦੀ ਕੋਈ ਮੈਕਸਿਮਮ ਲਿਮਿਟ ਨਹੀਂ ਹੈਗੀ। ਹਾਂ, ਇੰਨਾ ਜ਼ਰੂਰ ਹੈ ਜਿੰਨੇ ਜ਼ਿਆਦਾ ਵਰਡ ਹੋਣਗੇ ਉਨੀਆਂ ਮਿਸਟੇਕਸ ਹੋ ਸਕਦੀਆਂ ਆਪਾਂ, ਠੀਕ ਹੈ। ਮੋਰ ਦਾ ਮਿਸਟੇਕਸ ਕਦੋਂ ਹੋਣਗੇ, ਜਦੋਂ ਆਪਾਂ ਜ਼ਿਆਦਾਤਰ ਵਰਡ ਬਣਾ ਕੇ ਚਲੇ ਜਾਂਦੇ, ਗ੍ਰਾਮੈਟਿਕਲੀ ਆਪਾਂ ਗਲਤ ਹੋ ਜਾਂਦੇ ਆ, ਆਪਾਂ ਆਊਟ ਆਫ ਟਰੈਕ ਚਲੇ ਜਾਂਦੇ ਆ, ਉਦੋਂ ਆਪਾਂ ਨੂੰ ਇਦਾਂ ਦੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਟੂ ਦਾ ਪੁਆਇੰਟ ਲਿਖੋ, ਉਹ ਆਪਣੇ ਲਈ ਬਹੁਤ ਹੈ। ਇਜ਼ ਇਟ ਕਲੀਅਰ ਨਾਓ? ਸੋ ਸਟੇਟਮੈਂਟ ਇਜ਼ ਦ ਲਾਈਨ ਗ੍ਰਾਫ ਸ਼ੋਜ਼ ਐਸਟੀਮੇਟਿਡ ਸੇਲਸ ਆਫ ਗੋਲਡ ਇਨ ਦੁਬਈ। ਲਾਈਨ ਗ੍ਰਾਫ ਕੀ ਆਪਾਂ ਨੂੰ ਸ਼ੋ ਕਰਦਾ ਪਿਆ, ਐਸਟੀਮੇਟਿਡ ਸੇਲਸ ਆਫ ਗੋਲਡ ਕਿੱਥੇ, ਦੁਬਈ ਦੇ ਵਿੱਚ ਫॉर 12 ਮੰਥਸ ਇਨ 2002 2002 ਦੀ ਗੱਲ ਕਰਦਾ ਪਿਆ, ਇਨ ਮਿਲੀਅਨਸ ਆਫ ਦਿਰਹਾਮਸ। ਜੇ ਆਪਾਂ ਇੰਟਰੋ ਦੇ ਵਿੱਚ ਇੱਕ ਵਾਰ ਲਿਖ ਦਾਂਗੇ ਨਾ ਕਰੰਸੀ ਹੈ ਜਿਹੜੀ ਉਹ ਕਿੰਦੇ ਵਿੱਚ ਹੈ, ਮਿਲੀਅਨਸ ਆਫ ਦਿਰਹਾਮ, ਆਪਾਂ ਨੂੰ ਥੱਲੇ ਬਾਰ-ਬਾਰ ਲਿਖਣ ਦੀ ਜ਼ਰੂਰਤ ਨਹੀਂ ਪੈਣੀ। ਆਪਾਂ ਲਿਖ ਕੇ ਚੱਲਾਂਗੇ, ਥੱਲੇ ਸਾਡੀ ਮਰਜ਼ੀ ਅਸੀਂ ਲਿਖੀਏ ਨਾ ਲਿਖੀਏ। ਕਈ ਵਾਰ ਬੱਚਾ ਰਹਿ ਜਾਂਦਾ, ਨਹੀਂ ਲਿਖ ਪਾਉਂਦਾ, ਉਹਦੇ ਬੈਂਡ ਕੱਟੇ ਜਾਂਦੇ ਆ। ਜੇ ਉੱਪਰ ਆਪਾਂ ਆਲਰੇਡੀ ਐਬਸਟ੍ਰੈਕਟ ਦੇ ਵਿੱਚ ਸਾਈਡ ਕੀਤਾ ਹੋਊਗਾ ਫਿਰ ਆਪਾਂ ਨੂੰ ਕੋਈ ਵੀ ਟੈਨਸ਼ਨ ਦੀ ਗੱਲ ਨਹੀਂ ਹੈਗੀ। ਇਟਸ ਕਲੀਅਰ? ਸੋ ਇੰਟਰੋਡਕਸ਼ਨ ਕੀ ਹੈ? ਸੋ ਗ੍ਰਾਫ ਕਿਹੜਾ ਹੈ? ਇਟ ਇਜ਼ ਲਾਈਨ ਗ੍ਰਾਫ। ਇਹ ਲਾਈਨ ਗ੍ਰਾਫ ਹੈ, ਪਰ ਉਸ ਤੋਂ ਵੱਡੀ ਗੱਲ ਬੱਚੇ ਪਤਾ ਕੀ ਹੈ, ਇਹ ਸਿੰਗਲ ਲਾਈਨ ਗ੍ਰਾਫ ਹੈ। ਇੱਕ ਮਤਲਬ ਸਿੰਗਲ, 2 ਦਾ ਮਤਲਬ ਹੋ ਜਾਊਗਾ ਅੱਗੋਂ ਡਿਊਲ, ਉਸ ਤੋਂ ਬਾਅਦ ਆ ਜਾਊਗਾ ਟ੍ਰਿਪਲ। ਇਹ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਹੈ, ਕਾਫੀ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ, ਤਾਂ ਹੀ ਤਾਂ ਰਾਈਟਿੰਗ 'ਚੋਂ ਬੈਂਡ ਨਹੀਂ ਆਉਂਦੇ। ਤੇ ਜੇ ਆਪਾਂ ਨੂੰ ਪਤਾ ਤਾਂ ਮੇਰੇ ਮੈਕਸਿਮਮ ਰਿਜ਼ਲਟ ਹੀ ਰਾਈਟਿੰਗ 7 ਬੈਂਡ ਦੇ ਲੈ ਕੇ ਆਉਂਦੇ ਆ। ਮੈਕਸਿਮਮ ਰਿਜ਼ਲਟ ਆਪਣਾ ਰਾਈਟਿੰਗ 7 ਬੈਂਡ ਹੁੰਦੇ ਆ। ਕਿਉਂ? ਪ੍ਰੋਪਰ ਆਪਾਂ ਵਰਡ ਦੇ ਉੱਪਰ ਫੋਕਸ ਕਰਦੇ ਹਾਂ। ਤੇ ਮੈਂ ਮੇਰੇ ਅਕੋਰਡਿੰਗਲੀ 4 ਸਾਲ ਹੋ ਗਏ ਮੈਨੂੰ ਪੜਾਉਂਦੇ। ਆਹ ਮੈਂ ਕਹਾਂਗਾ ਕਿ ਜਿੰਨਾ ਸੌਖੇ ਤਰੀਕੇ ਨਾਲ ਆਪਾਂ ਰਾਈਟਿੰਗ 'ਚੋਂ ਬੈਂਡ ਲੈ ਸਕਦੇ ਹਾਂ, ਹੋਰ ਕਿਸੇ ਮੋਡਿਊਲ 'ਚੋਂ ਨਹੀਂ ਲੈ ਸਕਦੇ। ਰਾਈਟਿੰਗ ਐਂਡ ਰੀਡਿੰਗ ਸਭ ਤੋਂ ਆਸਾਨ ਹੈ ਬੈਂਡ ਲੈਣੇ। ਬੱਚੇ ਨੂੰ ਇੱਕ ਕਨਸੈਪਟ ਆਉਣਾ ਚਾਹੀਦਾ ਕਰਨ ਦਾ, ਭਾਵੇਂ ਉਹ ਕਨਸੈਪਟ ਅੱਜ ਆ ਜੇ ਭਾਵੇਂ 10 ਦਿਨ ਨੂੰ ਆ ਜਾਓ। ਤੁੱਕਾ ਨਾਮ ਦੀ ਚੀਜ਼ ਨਹੀਂ ਹੈਗੀ ਆਇਲਸ ਦੇ ਵਿੱਚ। ਓਕੇ, ਸੋ ਉਸ ਦੂਸਰੀ ਗੱਲ, ਆ ਲਾਈਨ ਜਿਹੜੀ ਹੈਗੀ ਹੈ ਇਹ ਫਲਕਚੁਏਟ ਕਰਦੀ ਪਈ ਹੈ। ਪਹਿਲੇ ਉੱਪਰ ਗਈ ਹੈ, ਫਿਰ ਥੱਲੇ ਆਈ ਹੈ, ਫਿਰ ਉੱਪਰ ਗਈ ਹੈ, ਫਿਰ ਥੱਲੇ ਆਈ ਹੈ, ਫਿਰ ਉੱਪਰ ਗਈ ਹੈ, ਫਿਰ ਥੱਲੇ ਹਲਕੀ ਜੀ ਆ ਕੇ ਫਿਰ ਉੱਪਰ ਗਈ ਹੈ। ਇਦਾਂ ਹੀ ਹੋਇਆ। ਸੋ ਇਹ ਲਾਈਨ ਕੀ ਕਰਦੀ ਪਈ ਹੈ, ਫਲਕਚੁਏਟ। ਕੀ ਕਰ ਰਹੀ ਹੈ, ਫਲਕਚੁਏਟ। ਸੋ ਮੈਂ ਲਿਖਾਂਗਾ ਆ ਫਲਕਚੁਏਟਿੰਗ line graph, a fluctuating single line graph represents the sales of gold in Dubai during, ਹੁਣ ਦੇਖੋ ਉਹਨੇ ਕਿਹਾ estimated sales of gold, ਠੀਕ ਹੈ, the estimated
ਸੇਲਸ ਆਫ 골ਡ ਇਨ ਦੁਬਈ, ਉਹਨੇ ਕਿਹਾ ਫॉर 12 ਮੰਥਸ, ਆਪਾਂ ਕਵਾਂਗੇ ਡਿਊਰਿੰਗ all months of 2002, ਆਪਾਂ ਰੀਫਰੇਸਿੰਗ ਕਰਦੇ ਪਏ ਆ, ਡਿਊਰਿੰਗ all months of 2002 in millions of dirhams, ਜੋ ਕਿ ਦੁਬਈ ਦੀ ਕਰੰਸੀ ਹੈ, in millions of dirhams. It's clear? ਹੋਰ ਕੁਝ ਲਿਖਣ ਨੂੰ ਹੈ ਹੀ ਨਹੀਂ. Now we are heading towards overall. Overall ਦਾ ਮਤਲਬ ਇਹ ਸਿੰਗਲ ਲਾਈਨ ਹੈ, ਇੱਕ ਚੀਜ਼ ਜ਼ਿਆਦਾ ਵਾਲੀ ਦੱਸ ਦਿਓ, ਇੱਕ ਚੀਜ਼ ਘੱਟ ਵਾਲੀ ਦੱਸ ਦਿਓ, ਮਤਲਬ ਜਿਹੜੀ ਐਕਸਟਰਾ ਆਰਡੀਨਰੀ ਹੈ ਜਾਂ ਐਕਸੈਪਸ਼ਨਲ ਹੈ ਉਹ ਚੀਜ਼ ਦੱਸ ਦਿਓ ਬਸ. ਸੋ ਤੁਸੀਂ ਗ੍ਰਾਫ ਤੋਂ ਕਲੀਅਰ ਕੱਟ ਦੇਖ ਸਕਦੇ ਹੋ, ਗ੍ਰਾਫ ਦੇ ਉੱਪਰ ਫੋਕਸ ਕਰਿਓ, ਤੁਸੀਂ ਗ੍ਰਾਫ ਤੋਂ ਕਲੀਅਰ ਕੱਟ ਬੱਚੇ ਦੇਖ ਸਕਦੇ ਹੋ. ਸਭ ਤੋਂ ਜ਼ਿਆਦਾ ਜਿਹੜੀਆਂ ਸੇਲਸ ਨੇ ਉਹ ਡਿਊਰਿੰਗ ਦਾ ਮੰਥ ਆਫ ਮਾਰਚ ਗਈਆਂ ਨੇ, ਤੇ ਜਿਹੜੀਆਂ ਸਭ ਤੋਂ ਘੱਟ ਸੇਲਸ ਨੇ ਉਹ ਡਿਊਰਿੰਗ ਦਾ ਮੰਥ ਆਫ ਜੁਲਾਈ ਗਈਆਂ ਨੇ. ਧਿਆਨ ਨਾਲ ਦੇਖ ਲਿਓ, ਸਪਟੰਬਰ ਨਹੀਂ ਹੈ, ਸਪਟੰਬਰ ਤੇ ਜੁਲਾਈ ਦੇ ਵਿੱਚ $1.5 ਮਿਲੀਅਨ ਦਾ ਫਰਕ ਹੈਗਾ, ਠੀਕ ਹੈ ਨਾ? ਇਜ਼ ਇਟ ਕਲੀਅਰ? ਸਪਟੰਬਰ ਤੇ ਜੁਲਾਈ 'ਚ ਡਿਫਰੈਂਸਿਸ ਹੈਗੇ ਆ, ਸੋ ਵੀ ਹੈਵ ਟੂ ਐਮਫੇਸਾਈਜ਼ ਔਨ ਜੁਲਾਈ, ਨਾ ਕਿ ਸਪਟੰਬਰ. ਇਟਸ ਕਲੀਅਰ? ਸੋ ਇਹਦੇ 'ਚ ਕਦੀ ਵੀ ਟੂ ਉਹ ਨਹੀਂ ਲਿਖੀਦਾ, ਟੂ ਕਨਕਲੂਡ ਰਾਈਟਿੰਗ ਵਾਂਗ ਨਾ, ਟਾਸਕ 2 में ਬੱਚੇ ਨੂੰ ਆਦਤ ਪਈ ਹੁੰਦੀ ਟੂ ਕਨਕਲੂਡ ਲਿਖਣ ਦੀ, ਉਹ ਨਹੀਂ ਲਿਖੀਦਾ, ਸਿੱਧਾ ਲਿਖੋ ਓਵਰਆਲ, ਓਵਰਆਲ ਕੋਮਾ ਇਟ ਇਜ਼ ਓਬਵੀਅਸ ਡੈਟ, ਬੜੇ ਬੱਚੇ ਲਿਖ ਦਿੰਦੇ ਕ੍ਰਿਸਟਲ ਕਲੀਅਰ ਡੈਟ, ਇੰਨਾ ਕਾਹਦਾ ਕਲੀਅਰ ਹੈ? ਜਾਂ ਕਲੀਅਰ ਲਿਖੋ ਜਾਂ ਓਬਵੀਅਸ ਲਿਖੋ ਜਾਂ ਐਵੀਡੈਂਟ ਲਿਖੋ, ਬਸ ਹੋਰ ਕੁਝ ਨਹੀਂ ਲਿਖਣਾ. ਓਵਰਆਲ ਇਟ ਇਜ਼ ਓਬਵੀਅਸ ਡੈਟ the highest sales of gold had been recorded in March. The highest sales of gold had been recorded in March. ਇੱਕ ਗੱਲ ਦਾ ਧਿਆਨ ਰੱਖ ਲਿਓ, 2002 ਦੀ ਗੱਲ ਹੈ, ਸਾਰਾ ਦਾ ਸਾਰਾ ਪਾਸਟ ਵਿੱਚ ਜਾਊਗਾ. was were ਲੱਗ ਸਕਦਾ ਹੈ, had been ਲੱਗ ਸਕਦਾ ਹੈ, had ਲੱਗ ਸਕਦਾ ਹੈ, ਜਾਂ ਸਿੰਪਲ ਆਪਣਾ ਪਾਸਟ ਇਨਡੈਫੀਨਿਟ ਲੱਗ ਸਕਦਾ ਹੈ, ਸੈਕਿੰਡ ਫਾਰਮ ਆਫ ਵਰਬ ਡਾਇਰੈਕਟਲੀ. ਭੁੱਲ ਕੇ ਵੀ ਪ੍ਰੈਜ਼ੈਂਟ ਨਾ ਲਗਾ ਦਿਓ ਤੇ ਨਾ ਹੀ ਫਿਊਚਰ ਵਿੱਚ ਚਲੇ ਜਾਇਆ ਜੀ. ਇਜ਼ ਇਟ ਕਲੀਅਰ? ਸੋ ਹਾਈਐਸਟ ਸੇਲਸ ਆਫ ਗੋਲਡ ਹੈਡ ਬੀਨ ਰਿਕਾਰਡਡ ਇਨ ਮਾਰਚ. ਹਾਊਐਵਰ ਤੋਂ ਪਹਿਲਾਂ ਲੱਗਦਾ ਸੈਮੀਕੋਲਨ, ਔਨ ਦਾ ਕੰਟਰੇਰੀ ਤੋਂ ਪਹਿਲਾਂ ਲੱਗਦਾ ਸੈਮੀਕੋਲਨ, ਕਨਵਰਸਲੀ ਤੋਂ ਪਹਿਲਾਂ ਲੱਗਦਾ ਸੈਮੀਕੋਲਨ. ਸਿਰਫ ਬਟ ਹੈ ਇਹਨਾਂ ਦੀ ਬਰਾਦਰੀ ਦਾ ਇਹੋ ਜਿਹਾ ਵਰਡ ਜਿਹਨੂੰ ਤਾਂ ਨਾ ਤਾਂ ਪਹਿਲਾਂ ਸੈਮੀਕੋਲਨ ਲੱਗਦਾ ਨਾ ਬਾਅਦ ਵਿੱਚ ਕੋਮਾ ਲੱਗਦਾ. ਇਹ ਕਿਉਂ ਲੱਗਦਾ ਹੈ ਇਹ ਮੈਂ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਦੱਸ ਚੁੱਕਿਆ ਹੋਇਆ, ਜਾਂ ਜਿਹੜੇ ਤੁਸੀਂ ਬੱਚੇ ਕਲਾਸ ਦੇ ਵਿੱਚ ਬੈਠੇ ਹੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਕਿਉਂ ਲੱਗਦਾ. ਠੀਕ ਹੈ, ਬਾਰ-ਬਾਰ ਨਹੀਂ ਮੈਂ ਦੱਸਾਂਗਾ ਇਸ ਚੀਜ਼ ਨੂੰ, ਟਾਈਮ ਵੇਸਟ ਨਹੀਂ ਆਪਾਂ ਕਰਾਂਗੇ, ਪਰ ਇਹ ਰਾਈਟਿੰਗ ਦੇ ਸਭ ਤੋਂ ਕਰੂਸ਼ੀਅਲ ਚੀਜ਼ਾਂ ਨੇ. ਹਾਊਐਵਰ the lowest sales had faced in July, ਕਿ ਸਭ ਤੋਂ ਜ਼ਿਆਦਾ ਜਿਹੜੀਆਂ ਸੇਲਸ ਸੀਗੀਆਂ ਉਹ ਕਿਹੜੇ ਮੰਥ 'ਚ ਆਈਆਂ? ਮਾਰਚ ਦੇ ਵਿੱਚ, ਤੇ ਜਿਹੜੀਆਂ ਸਭ ਤੋਂ ਘੱਟ ਸੇਲਸ ਸੀਗੀਆਂ ਉਹ ਕਿਹੜੇ ਮੰਥ ਵਿੱਚ ਆਈਆਂ? ਜੁਲਾਈ ਦੇ ਵਿੱਚ. had faced in July. ਜਾਂ ਤੁਸੀਂ ਹੈਡ ਬੀਨ ਵੀ ਲਿਖ ਦੋਗੇ ਤੇ ਗਲਤ ਨਹੀਂ ਹੋਊਗਾ, ਆਪਾਂ ਉੱਪਰ ਹੈਡ ਬੀਨ ਲਗਾਤਾ ਹੋਇਆ, ਹੈਡ ਬੀਨ ਫੇਸਡ ਇਨ ਜੁਲਾਈ. ਇਟ ਇਜ਼ ਕਲੀਅਰ 100%. ਸੋ ਦਿਸ ਇਜ਼ ਯੂਅਰ ਇੰਟਰੋ ਐਂਡ ਓਵਰਆਲ. ਐਂਡ ਅਕਮੂਲੇਟਿਡ ਮੈਨਰ ਦੇ ਵਿੱਚ ਦੋਵੇਂ 60 ਵਰਡ ਤੋਂ ਜ਼ਿਆਦਾ ਨਾ ਲੈ ਕੇ ਜਾਇਓ. ਜੇ ਤੁਸੀਂ ਇਹਨਾਂ ਨੂੰ 60 ਵਰਡ ਤੋਂ ਜ਼ਿਆਦਾ ਲੈ ਗਏ, ਦੋਵਾਂ ਨੂੰ 30+30 ਤੋਂ ਜ਼ਿਆਦਾ ਲੈ ਗਏ, ਤੁਹਾਨੂੰ ਥੱਲੋਂ ਬੀਪੀ ਘਟਾਣੇ ਪੈਣੇ ਆ, ਕਿਉਂਕਿ 20 ਮਿੰਟ ਦਾ ਟਾਈਮ ਹੁੰਦਾ. ਹਰ ਵਰਡ ਨੂੰ, ਹਰ ਪੈਰਾਗ੍ਰਾਫ ਨੂੰ ਉਹਦੀ ਲੈਵਲ 'ਚ ਰੱਖੋ ਕਿ ਆਪਾਂ ਟਾਈਮ ਟੂ ਟਾਈਮ ਕਿਵੇਂ ਖਤਮ ਕਰਨਾ. ਇਜ਼ ਇਟ ਕਲੀਅਰ? Okay, so I am going to make 3 body parts here. ਮੈਂ ਇੱਥੇ 3 body part ਬਣਾਉਣ ਲੱਗਾ ਕਿਉਂਕਿ ਮੈਨੂੰ 12 ਮਹੀਨੇ ਦਿੱਤੇ ਹੋਏ ਆ. ਪਹਿਲੇ 4 ਮਹੀਨਿਆਂ ਨੂੰ ਮੈਂ ਇੱਕ BP 'ਚ ਲੈ ਕੇ ਜਾਵਾਂਗਾ, ਅਗਲੇ 4 ਮਹੀਨਿਆਂ ਨੂੰ ਮੈਂ ਅਗਲੇ BP 'ਚ ਲੈ ਕੇ ਜਾਵਾਂਗਾ, ਉਸ ਤੋਂ ਅਗਲੇ 4 ਮੰਥ ਨੂੰ ਮੈਂ ਅਗਲੇ BP 'ਚ ਲੈ ਕੇ ਜਾਵਾਂਗਾ. ਮੈਂ ਇੱਥੇ ਬਹੁਤ ਜ਼ਿਆਦਾ ਗੁੰਝਲਦਾਰ ਕਨਸੈਪਟ ਨਹੀਂ ਤਿਆਰ ਕਰਨਾ ਚਾਹੁੰਦਾ. ਇਹ ਮੈਂ ਬਾਰ-ਬਾਰ ਕਹਿ ਰਿਹਾ, ਜਿਹੜੇ ਬੱਚਿਆਂ ਨੂੰ ਟਾਸਕ ਦਾ ਨਹੀਂ ਪਤਾ ਲੱਗਦਾ ਜਾਂ ਕਲੈਰਿਟੀ ਨਹੀਂ ਹੈਗੀ, ਉਹਨਾਂ ਦੇ ਲਈ ਇਹ ਸਭ ਤੋਂ ਜ਼ਿਆਦਾ ਫਰੂਟਫੁਲ ਵੀਡੀਓ ਹੈ. ਇਜ਼ ਇਟ ਕਲੀਅਰ? ਹਾਂਜੀ. ਸੋ ਇਹਨੂੰ ਕਦੀ ਵੀ ਟੂ ਸਟਾਰਟ ਵਿਦ ਨਹੀਂ ਲਗਾਈਦਾ, ਇਹ ਗੱਲ ਦਾ ਧਿਆਨ ਰੱਖ ਲਿਓ ਮੇਰੀ. ਟੂ ਸਟਾਰਟ ਲੱਗਦਾ ਹੈ ਹਮੇਸ਼ਾ ਰਾਈਟਿੰਗ ਟਾਸਕ 2 ਦੇ ਵਿੱਚ. ਡਿਫਰੈਂਸਿਸ ਹੁੰਦੇ ਆ ਦੋਵਾਂ ਦੇ ਵਿੱਚ, ਠੀਕ ਹੈ. ਅਕੋਰਡਿੰਗ ਟੂ ਗਿਵਨ ਡੇਟਾ, ਹੁਣ ਮੈਂ ਚਾਰਟ ਵੀ ਕਹਿ ਸਕਦਾ, ਗ੍ਰਾਫ ਨਹੀਂ ਮੈਂ ਕਹਾਂਗਾ, ਬਿਕੋਜ਼ ਇਨ ਬੋਡੀ ਪਾਰਟ ਇਨ ਇੰਟਰੋਡਕਸ਼ਨ ਆਈ ਆਲਰੇਡੀ ਹੈਵ ਯੂਜ਼ ਦਾ ਵਰਡ ਗ੍ਰਾਫ. ਸੋ ਜਾਂ ਤਾਂ ਹੁਣ ਮੈਂ ਚਾਰਟ ਲਗਾਵਾਂਗਾ
ਜਾਂ ਹੁਣ ਡੇਟਾ ਲਗਾਵਾਂਗਾ ਜਾਂ ਇਨਫੋਰਮੇਸ਼ਨ ਵੀ ਲਗਾ ਸਕਦਾ, ਪਰ ਮੈਂ ਰਿਪੀਟ ਨਹੀਂ ਕਰਾਂਗਾ ਕੁਝ ਵੀ। ਇਜ਼ ਇਟ ਕਲੀਅਰ? ਸੋ ਅਕੋਰਡਿੰਗ ਟੂ ਗਿਵਨ ਚਾਰਟ ਕੋਮਾ ਡਿਊਰਿੰਗ the month of January, during inceptional month ਵੀ ਕਹਿ ਸਕਦੇ ਹੋ ਜਿਹੜਾ starting ਦਾ month ਹੈ, during the month of January, comma the sales of gold were at 200 million of dirhams। is it clear ਕਿ ਜਨਵਰੀ ਦੇ ਮੰਥ ਦੇ ਵਿੱਚ ਕਿੰਨੀਆਂ ਸੇਲਸ ਸੀਗੀਆਂ? 200 ਦੀਆਂ। ਇਨ ਦਾ ਮੰਥ ਆਫ ਜਨਵਰੀ ਕਿੰਨੇ ਮਿਲੀਅਨ ਦੀਆਂ ਸੇਲਸ ਹੋਈਆਂ? 200 ਮਿਲੀਅਨ ਦੀਆਂ। ਪਰ ਫੈਬ ਦੇ ਵਿੱਚ ਕਿੰਨੀਆਂ ਚਲੀਆਂ ਗਈਆਂ? 225। ਗ੍ਰਾਫ ਪੜਨਾ ਸਾਰਿਆਂ ਨੂੰ ਆਉਂਦਾ। 200 ਤੇ 250 ਦੇ ਵਿੱਚ ਕੀ ਹੋਊਗਾ? 225। 0 ਤੇ 50 ਤੋਂ ਸ਼ੁਰੂ ਹੋ ਰਿਹਾ, ਵਿੱਚ ਕੀ ਹੋਊਗਾ? 25। ਸੋ ਕਿੰਨੇ ਕਿੰਨੇ ਦੇ ਡਿਫਰੈਂਸ ਤੋਂ ਬਾਅਦ ਚੱਲ ਰਿਹਾ? 50-50 ਦੇ। ਸੋ ਮਿਡਲ ਵਾਲਾ ਕੀ ਹੋਊਗਾ? 25। ਇਜ਼ ਇਟ ਕਲੀਅਰ? So were at 200 millions of dirhams that had been boosted by 25 million in next month। ਜਿਹੜਾ ਅਗਲੇ ਮੰਥ ਦੇ ਵਿੱਚ ਕਿੰਨਾ ਵੱਧ ਗਿਆ? 25। ਸੋ ਦੇयर ਇਜ਼ ਨੋ ਨੀਡ ਆਫ ਰਾਈਟਿੰਗ 225 ਅਗੇਨ। 200 ਲਿਖਤਾ ਨਾ ਇੱਕ ਵਾਰ ਆਪਾਂ, ਬਹੁਤ ਹੈ। ਹੁਣ ਆਪਾਂ 225 ਨਹੀਂ ਲਿਖਣਾ ਦੁਬਾਰਾ ਤੋਂ। ਆਪਾਂ ਦੱਸਤਾ ਕਿ ਇਨ ਦਾ ਮੰਥ ਆਫ ਜਨਵਰੀ ਦਾ ਸੇਲਸ ਵਰ ਐਟ 200 ਮਿਲੀਅਨਸ, ਜਿਹੜੀਆਂ ਫਰਵਰੀ ਦੇ ਵਿੱਚ ਜਾਂਦੇ ਜਾਂਦੇ ਕਿੱਥੇ ਪਹੁੰਚ ਗਈਆਂ? 225 ਤੇ। ਮਤਲਬ ਕਿੰਨਾ ਪਲੱਸ ਹੋਇਆ ਇਹਦੇ ਵਿੱਚ? 25। ਆਈ ਹੋਪ ਦਿਸ ਇਜ਼ ਨਾਓ ਕਲੀਅਰ ਟੂ ਯੂ। ਤੁਹਾਨੂੰ ਪਹਿਲੇ 2 ਮੰਥ ਕਲੀਅਰ ਹੋ ਗਏ? ਬਿਲਕੁਲ ਕਲੀਅਰ ਹੈ। ਆਪਾਂ ਅੱਗੇ ਚੱਲਦੇ ਹਾਂ। ਮੋਰ ਓਵਰ ਕੋਮਾ ਇਨ ਦਾ ਮੰਥ ਆਫ ਮਾਰਚ, ਇਨ ਦਾ ਮੰਥ ਆਫ ਮਾਰਚ ਦੇ ਮਹੀਨੇ ਦੇ ਵਿੱਚ ਸਭ ਤੋਂ ਤਗੜੀਆਂ ਸੇਲਸ ਆਈਆਂ। ਕਿੰਨੇ ਦੀਆਂ ਆਈਆਂ? 350 ਮਿਲੀਅਨਸ ਆਫ ਦਿਰਹਾਮਸ ਦੀਆਂ। ਠੀਕ ਹੈ। ਮੋਰ ਓਵਰ ਇਨ ਦਾ ਮੰਥ ਆਫ ਮਾਰਚ, ਸੋ ਆਪਾਂ ਬੜੇ ਸੋਹਣੇ ਤਰੀਕੇ ਨਾਲ ਲਿਖਾਂਗੇ the sales had been rocketed, the sales had been rocketed and touch ਕਰ ਲਿਆ the highest figure of 350 and touched the highest figure of 350। is it clear? there is no need of writing again and again millions of dirhams। ਕਿਉਂ ਕਹਾਂ ਮੈਂ ਬਾਰ-ਬਾਰ? ਮੇਰੀ ਮਰਜ਼ੀ ਆ। ਉੱਤੇ ਅਸੀਂ ਸਾਈਡ ਕਰ ਰਹੇ ਹਾਂ ਨਾ ਐਬਸਟ੍ਰੈਕਟ ਦੇ ਵਿੱਚ, ਅਸੀਂ ਲਗਾਈਏ ਨਾ ਲਗਾਈਏ, ਕੋਈ ਬੈਂਡ ਨਹੀਂ ਇੱਥੇ ਕੱਟ ਸਕਦਾ। ਇਟਸ ਕਲੀਅਰ? ਠੀਕ ਹੈ। ਫਰਦਰ ਮੋਰ ਇਨ ਫੋਰਥ ਮੰਥ ਬੱਚੇ ਕਿਹੜਾ ਹੈ? ਵਿਚ ਇਜ਼ ਫੋਰਥ ਮੰਥ? April। ਫਰਦਰ ਮੋਰ ਕੋਮਾ ਇਨ ਫੋਰਥ ਮੰਥ ਅਗੇਨ ਕੋਮਾ ਸੇਲਸ ਘਟ ਗਈਆਂ। ਘਟ ਕੇ ਕਿੱਥੇ ਆ ਗਈਆਂ? 250 ਤੇ। ਵੈਰੀ ਗੁੱਡ। the sales plummeted by 100 millions of dirhams। ਸੇਲਸ ਘਟੀਆਂ ਤੇ ਘਟ ਕੇ ਕਿੱਥੇ ਆ ਗਈਆਂ? 100 millions of dirhams ਘਟ ਗਈਆਂ, ਕੋਮਾ and dropped on 250 and dropped on 250। ਬੱਚੇ is it clear? ਹੁਣ ਆਮ ਬੱਚੇ ਨੇ ਪਤਾ ਇੱਥੇ ਕੀ ਲਿਖਣਾ ਸੀ? ਡਿਕਰੀਜ਼। ਉਹ ਥੋੜੀ ਜਿਹੀ ਵੋਕੈਬ ਤਾਂ ਲੈ ਕੇ ਆਓ। ਪਲਮਟ ਲਗਾਓ, ਪਲੰਜ ਡਾਊਨ ਲਗਾਓ। ਜੇ ਹੋਰ ਬੜੀ ਬੁਰੀ ਤਰ੍ਹਾਂ ਵਧੀਆਂ ਉਹਨੂੰ ਕਹਿੰਦੇ ਰੌਕਟਡ, ਤੇ ਜੇ ਬੜੀ ਬੁਰੀ ਤਰ੍ਹਾਂ ਘਟੀਆਂ ਉਹਨੂੰ ਕਹਿੰਦੇ ਹੈ ਨੋਜ਼ ਡਾਈਵ, ਨੱਕ ਦੇ ਵੱਲ ਆ ਡਿੱਗੀਆਂ। 4-5 ਵਰਡ ਨੇ, ਗਿਣਤੀ ਦੇ 10 ਵਰਡ ਹੈ ਸਟੂਡੈਂਟਸ। ਇਹ 10 ਵਰਡ ਨੂੰ ਆਪਣੇ ਪੱਲੇ ਬੰਨ ਲਓ, ਕਦੀ ਵੀ ਰਾਈਟਿੰਗ ਦਾ ਮੋਡਿਊਲ ਨਹੀਂ ਰਹਿ ਸਕਦਾ। ਇਹ 4 ਸਾਲ ਦੀ ਮੇਰੀ ਇੱਕ ਐਕਸਪੀਰੀਅੰਸ ਮੇਰਾ ਬੋਲਦਾ ਹੈ ਕਿ ਤੁਹਾਡਾ ਕਦੀ ਰਾਈਟਿੰਗ ਨਹੀਂ ਰਹਿ ਸਕਦੀ, ਕਦੀ ਵੀ ਨਹੀਂ। ਬਸ ਆਹ ਚੀਜ਼ ਨੂੰ ਲਿਖਣਾ ਕਿਵੇਂ ਹੈ, ਇਨਕਰੀਜ਼ ਡਿਕਰੀਜ਼ ਤੋਂ ਦੂਰ ਚਲੇ ਜਾਓ ਬਹੁਤ ਜ਼ਿਆਦਾ, ਤੇ ਪੋਜ਼ਿਟਿਵ ਵਰਡ ਯੂਜ਼ ਕਰੋ ਜਿਹੜੇ ਅੰਗਰੇਜ਼ ਯੂਜ਼ ਕਰਦੇ। ਇਟ ਇਜ਼ ਕਲੀਅਰ? ਓਕੇ, ਸੋ BP1 ਕਲੀਅਰ ਹੋ ਗਿਆ।
ਹੁਣ ਆਪਾਂ ਚੱਲੇ ਹਾਂ BP2 ਵਾਲੇ ਪਾਸੇ। ਪਹਿਲੇ 4 ਮਹੀਨੇ ਆਪਾਂ ਦੱਸਤੇ, ਇੱਕ ਪੈਰਾਗ੍ਰਾਫ ਤਿਆਰ ਹੈ। ਅਗਲੇ 4 ਮਹੀਨੇ ਦੱਸਾਂਗੇ ਅਗਲਾ ਪੈਰਾਗ੍ਰਾਫ, ਅਗਲੇ 4 ਮਹੀਨੇ ਦੱਸਾਂਗੇ ਅਗਲਾ ਪੈਰਾ, ਕਿ ਬਿਲਕੁਲ ਕਲੈਰਿਟੀ ਦੇ ਨਾਲ ਆਪਾਂ ਲਿਖਾਂ। ਕਲੀਅਰ? ਨੈਕਸਟ ਪੈਰਾਗ੍ਰਾਫ, ਮੂਵਿੰਗ ਫਰਦਰ। ਬੱਚੇ ਹੁਣ ਤੁਸੀਂ ਆਹ ਦੇਖੋ, ਜਿਹੜਾ ਆਪਣਾ ਮੇ ਦਾ ਮੰਥ ਹੈ, ਮੇ ਦੇ ਮੰਥ ਵਿੱਚ ਇਹ ਹੋਰ ਘਟੀਆਂ, ਤੇ ਹੁਣ ਮੇ ਦਾ ਜਿਹੜਾ ਮੰਥ ਹੈ ਉਹ ਕਿਹੜੇ ਮੰਥ ਦੇ ਇਕੁਅਲ ਚਲੇ ਜਾਂਦਾ? ਮੇ ਤੋਂ ਲੈ ਕੇ ਜੁਲਾਈ ਤੱਕ ਹੁਣ ਘਟਦੀਆਂ ਰਹੀਆਂ। ਪਹਿਲੇ ਆਪਾਂ ਨੂੰ ਦੱਸਦੇ ਹਾਂ ਕਿ ਹੁਣ ਲਗਾਤਾਰ 3 ਮਹੀਨੇ ਤੁਹਾਡੀਆਂ ਸੇਲਸ ਘਟੀਆਂ ਹੀ ਘਟੀਆਂ ਨੇ। ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਪੜਨ ਵਾਲੇ ਨੂੰ ਇੱਕ ਇੱਕ ਵਰਡ ਕਲੀਅਰ ਹੋ ਜਾਏ, ਬੱਚਾ ਕੀ ਕਹਿਣਾ ਚਾਹ ਰਿਹਾ। ਇਸ ਕਲੀਅਰ? ਮੂਵਿੰਗ ਫਰਦਰ ਕੋਮਾ, ਇਨ ਮੇ ਅਗੇਨ ਕੋਮਾ, the downward trend kept on following, कि downward trend ही चलता रहा, downward trend kept on following comma and, मैं आ भी दस चुकिया होया एंड तो पहला कोमा कदों लगता तो कदों नहीं लगता। मेरी पुरानी वीडियो च एक एक चीज़ कवर की हुई है। एंड अगेन सेल्स प्लंज डाउन मतलब गिरियां, डिक्रीज, एंड अगेन सेल्स प्लंज डाउन, किन्ने घटिया ने डॉलर्स? 250 तो किन्ने घट के आ गई, 200 ते रह गई 200 ते, सो कितना डिफरेंस आ गया 50 का। प्लंज डाउन बाय 50 मिलियंस एंड रीच्ड 200 इज इट क्लियर नाउ? अगला मंथ कवर अप हो गया। उस तो अगे चलो, बिसाइड्स दिस कॉमा, हुण मैं लगान लगा वा ब्रह्मस्त्र, जिन्हों आप कहांगे संभाल के रखिया होया सीगा आपां बच्चिओ, रिस्पैक्टिवली। आ चीज़ां लगाओ, रिस्पैक्टिवली लगाओ। जे रिस्पैक्टिवली नहीं लगाना आइसोलेटली लगाओ, जे आइसोलेटली नहीं लगाना तो कोरसपोंडिंगली लगाओ, तो जे कोरसपोंडिंगली नहीं लाना तो इंडिविजुअली लगाओ, जे इंडिविजुअली नहीं लगाना तो सैपरेटली लगाओ। और पर कुछ तो लाओ, आ थोड़ा कि वेख के फाया वड्डी चलीए, ये इदां जी, ये इदां जी, एवें नहीं बैंड आते। नेटिव राइटर जिवें लिखते हैं ना उवें लिखो, बैंड फिर आएंगे। इज इट क्लीयर? सो सब नूं पता है कि मैं रिस्पैक्टिवली कदों लगवाना। पिछली वीडियो के आप सारा कुछ दस चुके हैं। बिसाइड्स दिस, ड्यूरिंग द मंथ्स ऑफ जून एंड जुलाई, comma, the lowest sales had been recorded by touching roughly, मैं तुहानूं दस रहा मैं रफली क्यों लगाया, by touching roughly 155 and 200 155 and 120 millions of dirhams रिस्पैक्टिवली। बच्चे हुण ध्यान नाल गल सुनो, आ देखो 150 तो इधर ले आयो वीडियो, इनू आ 150 तो हल्का या ऊपर है। मैनू की पता है 150 है कि 170 है, क्योंकि डिफरेंसिस ही बड़े पै रहे हैं। 25 का डिफरेंस होकर चल रहे हैं। मैं क्यों डायरैक्ट लिखदा 160? मैं थोड़ा जिहा मैं रिस्क नहीं लेना, सो मैं वर्ड यूज करांगा रफली, कि नेड़े तेड़े है। की वर्ड यूज करांगे आपां? रफली। जे रफली नहीं यूज करना तुसी वर्ड यूज कर सकते हो अप्रोक्सीमेटली। जे अप्रोक्सीमेटली नहीं यूज करना नियरली। जे नियरली नहीं यूज करना राउंड अबाउट। ठीक है कि अराउंड कर सकते हो, पर वर्ड जरूर यूज करो। जिथे चीज एग्जैक्ट नहीं हैगी, माड़ा मोटा ऊपर थले है, उदो जस्ट ओवर यूज करो, जस्ट अंडर यूज करो, जस्ट अबव यूज करो, जस्ट बिलो यूज करो, रिस्पैक्टिवली यूज करो। पर फिर बार बार कह रहे हैं कुछ तो यूज करो। बार बार 15-15 हज़ार के पेपर नहीं भरे जाते। ठीक है ना? तरीके नाल चलो, हमेशा क्लैरिटी लैके चलो, इन डेप्थ नॉलेज लैके चलो। सो मैं कहता रफली 155 एंड 120 मिलियंस ऑफ दिरहाम्स रिस्पैक्टिवली। आई होप दिस इज क्लियर टू यू। फुल स्टॉप। हुण लास्ट ते बच्चे मैं दसो, जिहड़ा अगस्त का मंथ है, सेल्स दुबार तो वध गईयां। काके अगस्त का मंथ आया, सेल्स वध गईयां दुबार तो। फुल स्टॉप लगा चुके हैं, पर इन्हां तो ओपोजिशन की गल करांगा, सो लगावांगा ऑन द
ਕੰਟਰੇਰੀ। ਜੇ ਮੈਂ ਫੁੱਲ ਸਟਾਪ ਨਾ ਲਗਾਉਂਦਾ ਔਨ ਦਾ ਕੰਟਰੇਰੀ ਤੋਂ ਪਹਿਲਾਂ, ਫਿਰ ਮੈਂ ਲਗਾਉਣਾ ਸੀ ਸੈਮੀਕੋਲਨ, ਪਰ ਹੁਣ ਤਾਂ ਮੈਂ ਲਾਈਨ ਹੀ ਬ੍ਰੇਕ ਕਰਤੀ। ਔਨ ਦਾ ਕੰਟਰੇਰੀ ਕੋਮਾ, ਔਨ ਦਾ ਕੰਟਰੇਰੀ ਕੋਮਾ ਇਨ ਅਗਸਤ, ਫਿਰ ਕੋਮਾ ਸੇਲਸ ਅਗੇਨ ਸੋਰ, ਸੋਰ ਮਤਲਬ ਵਧਣਾ, ਜਿਵੇਂ ਟੈਂਪਰੇਚਰ ਸੋਰ ਕਰਦਾ ਰੋਜ਼, ਤੁਸੀਂ ਸੋਰ ਵੀ ਲਗਾ ਸਕਦੇ ਹੋ ਬੱਚੇ। ਮੈਂ ਇੱਕ ਹੋਰ ਸਿਨੋਨਿਮ ਅਟੈਚ ਕਰ ਦਿੰਦਾ ਵਾਂ, ਰੋਡ, ਗਰਜੀਆਂ, ਗਰਜਣਾ ਤੇ ਸੋਰ ਵਧਣਾ, ਦੋਵਾਂ ਦਾ ਮਤਲਬ ਇਨਕਰੀਜ਼ ਹੈ, ਠੀਕ ਹੈ। ਸੇਲਸ ਅਗੇਨ ਸੋਰਡ ਔਰ ਰੋਡ, ਪੇਪਰ 'ਚ ਇੱਕ ਲਿਖ ਕੇ ਆਇਓ, ਦੋਵੇਂ ਨਾ ਲਿਖੀ ਆਇਓ, ਇੰਨੇ ਵੀ ਆਪਾਂ ਨਹੀਂ ਬਣਨਾ। ਸੋਰਡ ਐਂਡ ਟੱਚਡ just over 200 millions of dirhams and touched just over 200। ਬੱਚੇ ਇੱਧਰ ਲੈ ਕੇ ਆਇਓ ਇਹਨੂੰ, ਆ ਦੇਖੋ 200 ਤੋਂ ਹਲਕਾ ਜਿਹਾ ਉੱਪਰ ਹੈ, ਆ ਜਿਹੜਾ ਪੀਕ ਹੈ ਇਹ 200 ਤੋਂ ਹਲਕਾ ਜਿਹਾ ਉੱਪਰ ਹੈ। ਸੋ ਮੈਂ ਪਹਿਲੇ ਲਗਾਤਾ ਸੀ ਰਫਲੀ, ਹੁਣ ਮੈਂ ਕੀ ਲਗਾਵਾਂਗਾ, ਜਸਟ ਓਵਰ। ਕੀ ਲਗਾਵਾਂਗਾ, ਜਸਟ ਓਵਰ। ਆਈ ਹੋਪ ਦਿਸ ਪੈਰਾਗ੍ਰਾਫ ਇਜ਼ ਆਲਸੋ ਕਲੀਅਰ ਟੂ ਯੂ। ਹੁਣ ਅਗਲੇ 4 ਮਹੀਨੇ ਰਹਿ ਗਏ, ਅੱਗੇ ਚੱਲੋ। ਦੇਖਿਆ ਜਾਵੇ 21 ਮਿੰਟ ਦੀ ਵੀਡੀਓ ਹੁਣ ਬਣੀ ਹੈ, ਹਲੇ ਕਿ ਤੁਹਾਡੇ ਨਾਲ ਗੱਲਾਂ ਕਰ ਰਿਹਾ, ਤੁਹਾਨੂੰ ਸਮਝਾ ਰਿਹਾ। 6-7 ਮਿੰਟ ਤਾਂ ਮੈਂ ਉਹ ਲਗਾਏ ਆ, ਇਹਦਾ ਮਤਲਬ ਗਿਣਤੀ ਦੇ ਆਪਾਂ ਹਲੇ 14 ਕੁ ਮਿੰਟ ਲਏ ਆ ਬਸ। 20 ਮਿੰਟ ਮਿਲਦੇ ਐਗਜ਼ਾਮ 'ਚ, ਚੱਜ ਨਾਲ ਲਿਖੀ ਚੱਲੋ, 10 ਮਿੰਟ 'ਚ ਕੰਪਲੀਟ ਹੋ ਜਾਂਦਾ ਜੇ ਲਿਖਣਾ ਆ ਜੇ ਤਾਂ। ਇਟਸ ਕਲੀਅਰ, ਬਸ ਅੱਗੇ ਚੱਲੋ। ਕਾਕੇ ਦੇਖੋ ਸਤੰਬਰ 'ਚ ਫਿਰ ਗਿਰ ਗਈਆਂ ਸੇਲਸ, ਪਰ ਇੱਥੇ ਹੁਣ ਸਕੀਮ ਲਗਾਓ। ਜਿਹੜੀਆਂ ਸਤੰਬਰ ਦੀਆਂ ਸੇਲਸ ਹੈ, ਜਿਹੜੀਆਂ ਸਤੰਬਰ ਦੀਆਂ ਸੇਲਸ ਹੈ ਤੇ ਜਿਹੜੀਆਂ ਜੁਲਾਈ ਦੀਆਂ ਸੇਲਸ ਨੇ, ਇਹ ਕਾਫੀ ਹੱਦ ਤੱਕ ਕਲੋਜ਼ ਨੇ, ਹੈਗੀਆਂ ਨੇ ਕਿ ਨਹੀਂ। ਪਰ ਸਤੰਬਰ ਦੀਆਂ ਥੋੜੀਆਂ ਵਧੀਆ ਨੇ, ਜੁਲਾਈ ਦੀਆਂ ਤਾਂ ਬਿਲਕੁਲ ਹੀ ਗਿਰ ਗਈਆਂ ਸੀ, ਠੀਕ ਹੈ। ਪਰ ਮੈਂ ਨੀਅਰਲੀ ਸੇਮ ਨਹੀਂ ਲਿਖ ਸਕਦਾ। ਹਾਂ, ਕੁਛ ਨਾ ਕੁਛ ਵਰਡ ਤਾਂ ਮੈਂ ਇਦਾਂ ਦਾ ਯੂਜ਼ ਕਰਾਂਗਾ ਕਿ ਨੀਅਰਲੀ ਸੇਮ ਯੂਜ਼ ਕਰਨ ਤੋਂ ਪਹਿਲਾਂ ਮੈਂ ਦੱਸਾਂ ਕਿ ਮਾੜਾ ਮੋਟਾ ਡਿਫਰੈਂਸ ਹੈਗਾ। ਇਟਸ ਕਲੀਅਰ। ਸੋ ਲਾਸਟ BP ਹੈਡਿੰਗ ਟੂਵਰਡਸ ਲਾਸਟ 4 months comma it is evident that sales again tanked। टैंक मतलब गिरना, सेल्स अगेन टैंक्ड, सेलां दीवार तो डिग पईयां। आम बच्चा लिखदा है डिक्रीज्ड, डिक्लाइंड, अपने वर्ड तुसीं देख लो एक बार, आ ये रियल तुहाडी वोकैबुलरी। सेल्स अगेन टैंक्ड, पर धक्के नाल नहीं वर्ड लगदे, इन्हां नूं भी लगाउण लई दिमाग चाहीदा। सेल्स अगेन टैंक्ड कोमा sales again tanked comma and were nearly same as that of July and were nearly same as that of July। कि ਜਾਂਦੇ ਜਾਂਦੇ ਜੇ ਗੱਲ ਕਰੀਏ ਉਹ ਕਿੰਦੇ ਸੇਮ ਆ ਗਈਆਂ, ਆ ਵੇਖੋ ਜੁਲਾਈ ਦੇ ਮੰਥ ਦੇ ਸੇਮ ਚਲੀਆਂ ਗਈਆਂ, ਨੀਅਰਲੀ ਸੇਮ। ਇਜ਼ ਇਟ ਕਲੀਅਰ ਨਾਓ। ਉੱਪਰ ਆਪਾਂ ਕੀ ਲਗਾਇਆ ਸੀ, ਰਫਲੀ, ਉਸ ਤੋਂ ਬਾਅਦ ਹੁਣ ਆਪਾਂ ਕੀ ਲਗਾ ਰਹੇ ਹਾਂ, ਨੀਅਰਲੀ। ਹੱਲੇ ਵੀ ਆਪਣੇ ਕੋਲ ਇੱਕ ਵਰਡ ਬੜਾ ਸੋਹਣਾ ਪਿਆ ਹੋਇਆ ਹੈ, ਅਰਾਊਂਡ ਤੇ ਅਪਰੋਕਸੀਮੇਟਲੀ, ਲਗਭਗ 4 ਵਰਡ ਪਏ ਆ ਆਪਣੇ ਕੋਲੇ। ਕਲੀਅਰ, ਨੀਅਰਲੀ ਸੇਮ। In addition, both months of October and November registered same sales of gold। देखो आ दोवें मंथ ने जेडे बिल्कुल सेम रहे, डिटो सेम रहे, अक्टूबर एंड नवंबर। सो मैं की लिखिया, रजिस्टर्ड same sales of gold by reaching, नहीं आप reach यूज कर लिया होया ना ऑलरेडी, by hitting, reaching नहीं किया, by reaching जे कर लिया तो फिर hitting कर लियो, रिपीट ना करियो प्लीज कोई वर्ड। by reaching almost $180 millions of dirhams। इज इट क्लियर कि दोवें ऑलमोस्ट किदे नेड़े है, 180 ਦੇ ਨੇੜੇ।
ਕਲੀਅਰ। ਹੁਣ ਲਾਸਟ ਆਪਣਾ ਰਹਿ ਗਿਆ ਡਿਸੈਂਬਰ। ਸੋ ਲਾਸਟ ਤੇ ਆਪਾਂ ਬੱਚੇ ਕੀ ਲਗਾਵਾਂਗੇ, ਫਾਈਨਲੀ ਕੋਮਾ ਡਿਊਰਿੰਗ 12th ਮੰਥ। ਮੈਂ ਕਿਉਂ ਲਿਖਾ ਡਿਸੈਂਬਰ, ਸਾਰੀ ਦੁਨੀਆ ਲਿਖ ਕੇ ਆਊਗੀ, 12ਵਾਂ ਮਹੀਨਾ ਦਸੰਬਰ ਦਾ ਹੀ ਹੁੰਦਾ। ਡਿਊਰਿੰਗ 12th ਮੰਥ ਕੋਮਾ sales again started inching up. So what is the meaning of inching up? Increasing, inclining. Sales again started inching up. ਹਲਕੀਆਂ ਜੀਆਂ ਵਧੀਆਂ, ਬਹੁਤ ਹੀ ਮਾਈਨੂਟ ਜਿਹਾ ਆਪਾਂ ਕਹੀਏ ਵੱਧ ਕੇ ਗਈਆਂ, ਪਰ ਵਧਣਾ ਤਾਂ ਵਧਣਾ ਹੀ ਹੁੰਦਾ ਕਾਕੇ। ਮਿਲੀਅਨਸ ਦੀ ਗੱਲ ਚੱਲ ਰਹੀ ਹੈ, ਮਿਲੀਅਨਸ ਦੀ। 140 ਦੇ ਨੇੜੇ ਦਿਰਹਾਮ ਹੈ ਇਸ ਵੇਲੇ, ਤੇ ਉਹਦੇ ਨਾਲ ਮਿਲੀਅਨ ਜੋੜ ਦਿਓ, 1 ਮਿਲੀਅਨ ਤੇ 10 ਲੱਖ ਹੁੰਦਾ। ਅਪਰੋਕਸੀਮੇਟਲੀ ਸੇਮ ਨਾ ਕਰ ਦਿਓ ਮੈਨੂੰ, ਠੀਕ ਹੈ ਨਾ। Sales again started inching up, and in this month, here comma, sales were touching 190 millions approximately. Sales were touching 190 millions approximately. ਸੋ ਮੈਂ 4 ਵਰਡ ਯੂਜ਼ ਕੀਤੇ ਆ ਲਗਭਗ ਦੇ, ਨੀਅਰਲੀ, ਰਫਲੀ, ਅਰਾਊਂਡ ਜਾਂ ਜਸਟ ਓਵਰ ਜਾਂ ਜਸਟ ਅੰਡਰ, ਤੇ ਇੱਕ ਕੀਤਾ ਏ ਅਪਰੋਕਸੀਮੇਟਲੀ। ਮੈਂ ਕਿਤੇ ਵੀ ਇਨਕਰੀਜ਼ ਡਿਕਰੀਜ਼ ਵਰਡ ਨਹੀਂ ਯੂਜ਼ ਕੀਤਾ, ਮੈਂ ਇਨਕਰੀਜ਼ ਦਾ ਯੂਜ਼ ਕੀਤਾ, ਇੰਚ ਅਪ, ਰੋਰ, ਸੋਰ, ਜਾਂ ਹੋਰ ਕੋਈ ਵਰਡ ਕੋਈ ਆ ਗਿਆ ਹੋਏ, ਅਪਸਰਜ ਕਰ ਲਿਆ ਹੋਵੇ, ਜਾਂ ਰੋਕਟਡ ਕਰ ਲਿਆ ਹੋਏ। ਰੋਕਟ ਉਦੋਂ ਯੂਜ਼ ਕਰੀਦਾ ਬੱਚੇ ਜਦੋਂ ਬਹੁਤ ਤਗੜਾ ਇੱਕੋਦਮ ਇਨਕਰੀਜ਼ ਆਉਂਦਾ ਹੈ। ਤੇ ਮੈਂ ਡਿਕਲਾਈਨ ਦੇ ਵੀ 3-4 ਵਰਡ ਯੂਜ਼ ਕੀਤੇ ਹੈ, ਜਾਂ ਮੈਂ ਕਹਿ ਸਕਦਾ ਵਾਂ ਪਲਮਟਿਡ ਜਾਂ ਪਲੰਜ ਡਾਊਨ ਜਾਂ ਟੈਂਕ। ਜੇ ਹੋਰ ਮੈਨੂੰ ਕਰਨੇ ਪੈਂਦੇ ਮੈਂ ਉਹ ਵੀ ਕਰਦਾ, ਪਰ ਮੈਂ ਡਿਕਰੀਜ਼ ਨਾ ਕਰਦਾ। ਇਜ਼ ਇਟ ਕਲੀਅਰ? ਸੋ ਇਹ ਤੁਹਾਨੂੰ ਅੱਜ ਟਾਸਕ 1 ਮੈਂ ਕਰਵਾਇਆ ਇਹ ਲਾਈਨ ਗ੍ਰਾਫ ਦਾ। ਕੱਲ ਮੈਂ ਨਵੀਂ ਵੀਡੀਓ ਇੱਕ ਹੋਰ ਅਪਲੋਡ ਕਰਾਂਗਾ ਟੇਬਲ, ਠੀਕ ਹੈ। ਆਪਣੀਆਂ 2 ਬੁੱਕਸ Amazon ਤੇ ਅਵੇਲੇਬਲ ਹੈ, ਸਪੀਕਿੰਗ ਦੀ ਤੇ ਰਾਈਟਿੰਗ ਟਾਸਕ 2 ਦੀ, ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਵਧੀਆ ਬੈਂਡਸ ਲੈਣ ਦੇ ਲਈ। ਟਾਸਕ 1 ਦੀ ਬੁੱਕ ਵੀ ਆਪਣੀ Amazon ਤੇ ਅੱਜ ਪਬਲਿਸ਼ ਹੋ ਗਈ ਹੈ, ਠੀਕ ਹੈ। ਉਹਨਾਂ ਵਿੱਚ 50 ਟਾਸਕ 1 ਹੈ, ਸੋ ਤੁਸੀਂ ਦੇਖ ਸਕਦੇ ਹੋ, ਠੀਕ ਹੈ ਸਟੂਡੈਂਟਸ। ਥੈਂਕ ਯੂ ਵੈਰੀ ਮਚ।